ਸਾਡੇ ਕੋਲ ऐसे फोटोग्राफ है जिन्हों फोटोग्राफ ਦੇ ਵਿੱਚ ਸਨੀ ਕੈਂਥ ਆਪਣੀ ਦਸਤਾਰ ਬਚਾ ਰਿਹਾ। ਇੱਕ ਤਾਂ ਹੁੰਦਾ ਨਾ ਲੜਾਈ ਚਚਨ ਚੇਤ ਲੈ ਗਈ, ਇਹ ਆਪਣੀ ਦਸਤਾਰ ਨੂੰ ਬਚਾ ਰਿਹਾ ਤੇ ਜਿਹੜੇ ਲਾਉਣ ਵਾਲੇ ਸੱਜਣ ਹੈ ਉਹ ਸਿਰਫ ਤੇ ਸਿਰਫ ਟਾਰਗੇਟ ਕੀ ਆ ਕਿ ਪੱਗ ਲਾਉਣੀ ਹੈ। ਇਹਦੀ ਜਾਤੀ ਸੂਚਕ ਕਹਿ ਕੇ ਇਹਨੂੰ ਗਾਲਾਂ ਕੱਢੀਆਂ, ਇਹਦੀ ਬੇਇੱਜ਼ਤੀ ਕੀਤੀ, ਦਸਤਾਰ लाई। प्री प्लैंड सी और बदकिस्मती है कि पुलिस नाल रल के बैंस साहब रिश्वतखोरां दा स्टिंग ऑपरेशन ना करो। लो सीपी साहब कह देण भी ना करो, मैं छड़ दियांगा। ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦੇ ਘਰ ਦੇ ਬਾਹਰ ਬੀਤੇ ਦਿਨ ਪ੍ਰਦਰਸ਼ਨ ਕਰਨ ਪਹੁੰਚੇ ਲੋਕ ਇਨਸਾਫ ਪਾਰਟੀ ਦੇ ਆਗੂ ਸਨੀ ਕੈਂਥ ਅਤੇ ਉਸ ਦੇ ਸਮਰਥਕਾਂ ਤੇ ਕਾਂਗਰਸੀਆਂ ਵੱਲੋਂ ਹਮਲਾ ਕਰਨ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਪੁਲਿਸ ਵੱਲੋਂ ਇਸ ਮਾਮਲੇ 'ਚ ਫਿਲਹਾਲ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ। ਬਲਵਿੰਦਰ ਬੈਂਸ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਕੇ ਪੁਲਿਸ ਪ੍ਰਸ਼ਾਸਨ ਅਤੇ ਕਾਂਗਰਸ ਤੇ ਸਵਾਲ ਖੜੇ ਕੀਤੇ ਗਏ। ਬਲਵਿੰਦਰ ਬੈਂਸ ਨੇ ਕਿਹਾ ਕਿ ਸਨੀ ਦੀ ਪੱਗ ਜਾਣਬੁੱਝ ਕੇ ਉਤਾਰੀ ਗਈ, ਉਸ ਨੂੰ ਜਾਤੀ ਸੂਚਕ ਸ਼ਬਦ ਬੋਲੇ ਗਏ, ਜਿਸ ਸੰਬੰਧੀ FIR 'ਚ ਕਿਤੇ ਵੀ ਕੋਈ ਜ਼ਿਕਰ ਨਹੀਂ ਕੀਤਾ ਗਿਆ। ਬਲਵਿੰਦਰ ਬੈਂਸ ਨੇ ਪੁਲਿਸ ਪ੍ਰਸ਼ਾਸਨ ਅਤੇ ਕਾਂਗਰਸ ਸਰਕਾਰ ਤੇ ਹੋਰ ਕੀ ਇਲਜ਼ਾਮ ਲਗਾਏ, ਆ ਤੁਸੀਂ ਉਹਨਾਂ ਦੀ ਜ਼ੁਬਾਨੀ ਆਪ ਹੀ ਸੁਣ ਲਓ। ਮੈਂ ਅੱਜ ਬਹੁਤ ਅਫਸੋਸ ਨਾਲ ਕਹਿਣ ਲੱਗਾ ਕਿ ਜਿਹੜਾ ਲੁਧਿਆਣਾ ਸ਼ਹਿਰ, ਜਦੋਂ ਵੀ ਮੈਂ ਦੁਨੀਆ ਦੇ ਕਿਸੇ ਕੋਨੇ ਵਿੱਚ ਗਿਆ ਤਾਂ ਲੁਧਿਆਣਾ ਸ਼ਹਿਰ ਦਾ ਨਾਂ ਤਰੂ ਤਾਰੇ ਵਾਂਗੂ ਚਮਕਦਾ, ਕਿਉਂਕਿ ਇੰਡਸਟਰੀਅਲ ਹੱਬ ਵਜੋਂ ਜਾਣਿਆ ਜਾਂਦਾ। ਪਰ ਹੁਣ ਬਦਕਿਸਮਤੀ ਆ ਮੇਰੀ ਵੀ, ਮੇਰੇ ਸ਼ਹਿਰ ਵਾਸੀਆਂ ਦੀ ਵੀ, ਮੇਰੇ ਸ਼ਹਿਰ ਦੀ ਵੀ। ਇਹ ਬਦਕਿਸਮਤੀ ਆ ਕਿ ਲੁਧਿਆਣਾ ਕਰੋਨਾ ਟੌਪਰ ਦੀ ਗਿਣਤੀ ਵਿੱਚ ਸਭ ਤੋਂ ਉਤਲੇ ਨੰਬਰ ਤੇ ਬੋਲਿਆ ਜਾਂਦਾ ਹੈ। ਔਰ ਇਹ ਹੋਰ ਬਦਕਿਸਮਤੀ ਹੈ ਕਿ ਸਿਵਲ ਹਸਪਤਾਲ ਕੋਲ ਇੱਕ ਵੀ ਵੈਂਟੀਲੇਟਰ ਨਹੀਂ। ਅਸੀਂ ਜਿਹੜੇ ਇੱਥੋਂ ਪੇਸ਼ੈਂਟ ਖੱਜਲ ਖਰਾਬ ਹੋ ਕੇ ਕੋਈ ਪਟਿਆਲੇ ਜਾਂਦਾ, ਕੋਈ ਕਿਸੇ ਹੋਰ ਸ਼ਹਿਰ ਨੂੰ ਜਾਂਦਾ, ਅਸੀਂ ਇਹ ਸੋਚ ਕੇ ਕਿ ਵਿਰੋਧੀ ਧਿਰ ਦਾ ਕੰਮ ਹੁੰਦਾ ਸਰਕਾਰ ਦਾ ਧਿਆਨ ਉਸ ਪਾਸੇ ਵੱਲ ਨੂੰ ਲੈ ਕੇ ਜਾਣਾ। ਕੱਲ੍ਹ ਸਾਡੇ ਸਨੀ ਕੈਂਥ ਜੀ ਦੀ ਅਗਵਾਈ 'ਚ ਕੁਝ ਬੰਦਿਆਂ ਨੇ ਬਕਾਇਦਾ ਮਾਸਕ ਪਾ ਕੇ ਭਾਰਤ ਨਗਰ ਚੌਂਕ ਵਿੱਚ ਮੰਗ ਤੇ ਭੀਖ ਮੰਗ ਕੇ ਕੁਝ ਪੈਸੇ ਇਕੱਠੇ ਕੀਤੇ ਔਰ ਇਹ ਗੱਲ ਪ੍ਰਸ਼ਾਸਨ ਨੂੰ ਦੱਸ ਕੇ ਕੀਤੀ ਕਿ ਅਸੀਂ ਇਹ ਪੈਸੇ ਲੁਧਿਆਣੇ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੂੰ ਦੇਣੇ ਆ। ਉਹ ਹੈ ਕਿ ਇੱਕ ਸਿੰਬੋਲਿਕ ਹੁੰਦੇ ਆ। ਬਿੱਟੂ ਨੂੰ ਕਿਉਂ ਦੇਣੇ? ਕਿਉਂਕਿ ਉਹਦੇ ਕੋਲੇ ਇੱਕ ਅਖਤਿਆਰੀ ਫੰਡ ਹੁੰਦਾ ਜਿਹਦੇ ਵਿੱਚੋਂ ਉਹ ਸਿਵਲ ਹਸਪਤਾਲ ਵਿੱਚ ਇੱਕ ਨਹੀਂ 4 ਮਸ਼ੀਨਾਂ ਵੀ ਲਵਾ ਸਕਦਾ। ਔਰ ਸਾਡੀ ਮੰਗ ਕੀ ਸੀ? ਪਾਰਟੀ ਦੀ ਮੰਗ ਸੀ ਕਿ ਸਿਵਲ ਹਸਪਤਾਲ ਲੁਧਿਆਣੇ ਵਿੱਚ ਵੈਂਟੀਲੇਟਰ ਇੰਸਟਾਲ ਕਰਾਏ ਜਾਣ ਤਾਂ ਕਿ ਸ਼ਹਿਰ ਵਾਸੀ ਜਿਹੜੇ ਕਰੋਨਾ ਪੀੜਤ ਆ ਉਹਨਾਂ ਦੇ ਦੁੱਖ ਦਰਦ ਤੇ ਮੱਲਮ ਲਾਈ ਜਾ ਸਕੇ। ਔਰ ਹੋਰ ਵੱਡੀ ਬਦਕਿਸਮਤੀ ਹੈ ਕਿ ਜਦੋਂ ਭੀਖ ਮੰਗ ਕੇ ਇਕੱਠੀ ਕੀਤੀ ਤਾਂ ਇੰਟੈਲੀਜੈਂਸੀ ਦੇ, ਪੁਲਿਸ ਦੇ ਫੋਨ ਆਏ ਔਰ ਫੋਨ ਤੇ ਕੀ ਪੁੱਛਿਆ, ਛੋਟੇ ਵੀਰ ਨੂੰ ਪੁੱਛਦੇ ਆ ਕਿ ਤੁਸੀਂ ਕਿੰਨੇ ਕੁ ਵਜੇ ਆਉਣਾ। ਸਾਰੇ ਟਾਈਮ ਦੀ ਸੈਟਿੰਗ ਹੋ ਗਈ ਇੰਟੈਲੀਜੈਂਸੀ ਨਾਲ। ਜਦੋਂ ਫੋਨ ਆਉਂਦਾ ਦੱਸਿਆ ਕਿ ਅਸੀਂ ਚੱਲਣ ਲੱਗੇ ਹਾਂ, ਔਰ ਪੁਲਿਸ ਦਾ ਫੋਨ ਆਇਆ ਦੱਸਿਆ ਅਸੀਂ ਚੱਲਣ ਲੱਗੇ ਹਾਂ, ਕਹਿੰਦੇ ਆ ਜਾਓ ਅਸੀਂ ਤੁਹਾਡਾ ਮੈਮੋਰੈਂਡਮ ਦਵਾ ਦਈਏ। ਜਦੋਂ ਇਹ 5 ਬੰਦੇ ਗਏ ਤਾਂ ਇਹ ਕਹਿਣ ਲੱਗਿਆ ਸ਼ਰਮ ਆਉਂਦੀ ਹੈ, ਇੱਥੇ ਮੇਰੇ ਕੋਲ ਵੀ ਲੋਕ ਮੰਗ ਪੱਤਰ ਲੈ ਕੇ ਆਉਂਦੇ ਆ, ਮੈਂ ਉਹ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ, ਡੈਫੀਨਿਟਲੀ ਮੇਰੇ ਕੋਲ ਵੀ ਆਉਣਗੇ ਤੇ ਮੈਂ ਉਹਨਾਂ ਨੂੰ ਸਤਿਕਾਰ ਨਾਲ ਹੱਥ ਜੋੜ ਕੇ ਕਹਿਣਾ ਕਿ ਆ ਜਾਓ ਮੇਰੇ ਵੀਰ, ਬੋਲੋ। ਪਹਿਲਾਂ ਬਿਠਾ ਕੇ ਜਲ ਛਕਾਉਣਾ, ਚਾਹ ਪਿਲਾਉਣਾ, ਫਿਰ ਪੁੱਛਦਾ ਕਿ ਜੇ ਕੋਈ ਲਿਖਤੀ ਹੈਗਾ ਤਾਂ ਲਿਖਤੀ ਦੇ ਦਿਓ, ਜੇ ਲਿਖਤੀ ਨਹੀਂ ਤਾਂ ਔਰਲੀ ਮੂੰਹ ਜ਼ਬਾਨੀ ਕੁਝ ਕਹਿਣਾ ਚਾਹੁੰਦੇ ਹੋ, ਜੋ ਤੁਹਾਡੀ ਮੰਗ ਆ ਤੁਸੀਂ ਕਹਿ ਸਕਦੇ ਹੋ। ਪਰ ਉੱਥੇ ਕੀ ਹੋਇਆ? ਉੱਥੇ ਤੁਹਾਡੇ ਸਾਰਿਆਂ ਦੀ ਹਾਜ਼ਰੀ 'ਚ, ਮੀਡੀਆ ਦੀ ਹਾਜ਼ਰੀ 'ਚ ਪੁਲਿਸ ਜਿਹਨੇ ਕਿਹਾ ਆ ਜਾਓ ਤੁਹਾਡਾ ਮੈਮੋਰੈਂਡਮ ਦਵਾ ਦਈਏ, ਉਹ ਮੂਕ ਦਰਸ਼ਕ ਬਣ ਗਈ। ਔਰ ਮੂਕ ਦਰਸ਼ਕ ਬਣ ਕੇ ਉੱਥੇ ਸਾਡੇ ਕੋਲ ਐਸੇ ਫੋਟੋਗ੍ਰਾਫ ਹੈ ਜਿਨ੍ਹਾਂ ਫੋਟੋਗ੍ਰਾਫ ਦੇ ਵਿੱਚ ਸਨੀ ਕੈਂਥ ਆਪਣੀ ਦਸਤਾਰ ਬਚਾ ਰਿਹਾ। ਇੱਕ ਤਾਂ ਹੁੰਦਾ ਨਾ ਲੜਾਈ ਚਚਨ ਚੇਤ ਲੈ ਗਈ, ਇਹ ਆਪਣੀ ਦਸਤਾਰ ਨੂੰ ਬਚਾ ਰਿਹਾ ਤੇ ਜਿਹੜੇ ਲਾਉਣ ਵਾਲੇ ਸੱਜਣ ਹੈ ਉਹ ਸਿਰਫ ਤੇ ਸਿਰਫ ਟਾਰਗੇਟ ਕੀ ਆ ਕਿ ਪੱਗ ਲਾਉਣੀ ਹੈ। ਬਦਕਿਸਮਤੀ ਮੈਂ ਸਮਝਦਾ ਕਿ ਮੇਰੇ ਸ਼ਹਿਰ ਦੀ ਲੋਕਤੰਤਰ ਦਾ ਕਤਲ ਹੋਇਆ। ਔਰ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਕੰਪਲੇਂਟ ਦਿੱਤੀ ਔਰ ਕੰਪਲੇਂਟ ਦਿੱਤੀ ਤਕਰੀਬਨ 4 ਵਜੇ ਤੇ ਜਾ ਕੇ FIR ਕ੍ਰਾਸ ਕੀਤੀ। ਪਹਿਲਾਂ ਉਹਨਾਂ ਦਾ ਬਿਆਨ ਕਿੰਨੇ ਵਜੇ ਲਿਖਿਆ ਇਹ ਦੇਖਿਓ, ਰਾਤ ਨੂੰ 9 ਵਜੇ।
ਤੇ ਸਾਡੇ ਵਾਲਾ ਕ੍ਰਾਸ ਕਿੱਥੇ ਜਾ ਕੇ ਕੀਤਾ? ਰਾਤ ਨੂੰ 10 ਵਜੇ। ਮੈਂ ਪੁਲਿਸ ਨੂੰ ਬੇਨਤੀ ਕਰਨਾ ਚਾਹੁੰਦਾ ਕਮਿਸ਼ਨਰ ਸਾਹਿਬ ਨੂੰ ਕਿ ਕਮਿਸ਼ਨਰ ਸਾਹਿਬ, ਇਹ ਸਿਸਟਮ ਕਦਾਚਿਤ ਪ੍ਰਵਾਨ ਨਹੀਂ। ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤੇ ਰਾਜਨੀਤਿਕ ਲੋਕ ਜਿਹੜੇ ਵਿਰੋਧੀ ਧਿਰ ਹੁੰਦੀ ਹੈ, ਲੋਕਾਂ ਨੂੰ ਇਨਸਾਫ ਲੈ ਕੇ ਦੇਣ ਲਈ ਹੁੰਦੀ ਹੈ। ਇਹਦੇ 'ਚ ਬਿਆਨ 'ਚ ਕੁਝ ਹੋਰ ਲਿਖਿਆ। ਜਿਹੜੇ ਤਾਂ ਬੰਦੇ ਸੀ 5, ਉਹਨਾਂ ਤੇ 188 ਲਾਤੀ ਵੀ ਇਹਨਾਂ ਦੇ ਮਾਸਕ ਨਹੀਂ ਸੀ ਪਾਇਆ ਹੋਇਆ। ਜਿਹੜੇ ਬੰਦੇ ਸੀ 300, ਉਹਨਾਂ ਤੇ ਕੇਵਲ ਕੋਈ ਮਾਸਕ ਦੀ ਧਾਰਾ ਨਹੀਂ, ਕੁਝ ਨਹੀਂ ਲਾਇਆ। ਇਹਦੀ ਦਸਤਾਰ ਲਾਈ ਗਈ, ਧਾਰਾ ਨਹੀਂ ਲਾਈ। ਇੱਥੇ ਹੀ ਬਸ ਨਹੀਂ, ਜਿਹੜੀ ਇਹਦੀ ਜਾਤੀ ਹੈ, ਮੇਰੇ ਗੁਰੂ ਸਾਹਿਬ ਕਹਿੰਦੇ ਆ ਕਿ ਊਚ ਨੀਚ ਦਾ ਫਰਕ ਮੇਰੇ ਪਾਤਸ਼ਾਹ ਨੀਚ ਜਾਤ ਵਾਲੇ ਨੂੰ ਵਡਿਆਈ ਦੇ ਕੇ ਗਏ ਹੈ। ਮੇਰੇ ਪਾਤਸ਼ਾਹ ਦਾ ਪਾਵਨ ਬਚਨ ਹੈ ਕਿ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ। ਇਹਦੀ ਜਾਤੀ ਸੂਚਕ ਕਹਿ ਕੇ ਇਹਨੂੰ ਗਾਲਾਂ ਕੱਢੀਆਂ, ਇਹਦੀ ਬੇਇੱਜ਼ਤੀ ਕੀਤੀ, ਦਸਤਾਰ ਲਾਈ, ਦਸਤਾਰ ਦੀ ਬੇਅਦਬੀ ਕੀਤੀ। ਔਰ ਮੈਂ ਕਮਿਸ਼ਨਰ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਕਮਿਸ਼ਨਰ ਸਾਹਿਬ, ਜਾਤੀ ਸੂਚਕ ਧਾਰਾ ਔਰ ਦਸਤਾਰ ਲਾਉਣ ਦੀ 295A ਸਾਡੇ ਕੋਲ ਫੋਟੋਗ੍ਰਾਫ ਹੈਗੇ ਜਿਹੜੇ ਮੈਂ ਜੇ ਤੁਸੀਂ ਹੁਕਮ ਕਰੋ ਤਾਂ ਦਿਖਾ ਸਕਦਾ, ਜਿਹਦੇ 'ਚ ਇਹ ਆਪਣੀ ਦਸਤਾਰ ਬਚਾ ਰਿਹਾ। ਕਿੱਥੇ ਕਾਕਾ ਫੋਟੋ? ਪਿੱਛੋਂ ਫੜ ਕੇ ਆ ਦੇਖਿਓ, ਆ ਸਨੀ ਕੈਂਥ ਆਪਣੀ ਦਸਤਾਰ ਬਚਾ ਰਿਹਾ। ਔਰ ਜਿਹੜੇ ਆਸੇ-ਪਾਸੇ ਖੜੇ ਆ 1 2 3 4 ਹੱਥ ਕਿੱਥੇ ਪਾਇਆ ਹੋਇਆ? ਕੇਵਲ ਦਸਤਾਰ ਨੂੰ। ਆ ਲਓ ਸਾਰੇ ਜਿਹੜੇ ਕਰਦਾ, ਕੇਵਲ ਤੇ ਕੇਵਲ ਟਾਰਗੇਟ ਕੀ ਹੈ? ਦਸਤਾਰ। ਪੁਲਿਸ ਨੇ ਸ਼ੋਰ ਚਲਾਈ, ਪੁਲਿਸ ਦਾ ਮੂਕ ਦਰਸ਼ਕ ਬਣ ਕੇ ਖੜੀ ਹੈ। ਆ ਫੋਟੋਆਂ ਦੇਖੋ, ਆ ਲਓ ਸਟਾਈਲ ਦੇਖੋ ਖੜਨ ਦਾ, ਆ ਲਓ ਪੁਲਿਸ ਦੀ। ਤੁਸੀਂ ਵੀ ਉੱਥੇ ਸੀ ਛੋਟੇ ਵੀਰ। ਪ੍ਰੈਸ ਜਿਹੜਾ ਹੁੰਦਾ ਨਾ, ਉਹ ਲੋਕਤੰਤਰ ਦਾ ਚੌਥਾ ਪਾਵਾ ਹੁੰਦਾ। ਤੁਹਾਡੇ ਕਹਿਣ ਦੇ ਮੁਤਾਬਿਕ ਪ੍ਰੀ ਪਲਾਨ ਸੀਗਾ ਸਾਰਾ ਕੁਝ? ਇਹ ਪ੍ਰੀ ਪਲਾਨਡ ਸੀ। ਔਰ ਬਦਕਿਸਮਤੀ ਹੈ ਕਿ ਪੁਲਿਸ ਨਾਲ ਰਲ ਗਈ। ਜਦੋਂ ਖਾਕੀ ਕਿਸੇ ਨਾਲ ਰਲ ਜੇ ਫਿਰ ਇਨਸਾਫ ਦੀ ਬਹੁਤੀ ਤਵੱਕੋ ਨਹੀਂ ਰਹਿ ਜਾਂਦੀ। ਪਰ ਮੈਂ ਅੱਜ ਤੁਹਾਨੂੰ ਇਸ ਕਰਕੇ ਤਕਲੀਫ ਦਿੱਤੀ ਹੈ। ਕਮਿਸ਼ਨਰ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਆ ਮੈਂ ਜਦੋਂ ਪੜ੍ਹਿਆ ਇਹਦੇ 'ਚ ਕਹਿੰਦੇ ਆ ਕਿ ਜਿਹੜੇ ਜਾਤੀ ਸੂਚਕ ਸ਼ਬਦ ਕਹੇ ਆ ਉਹਨਾਂ ਦੀ ਅਸੀਂ ਬਾਅਦ ਵਿੱਚ ਇਨਕੁਆਇਰੀ ਕਰਾਂਗੇ। ਔਰ ਮੈਂ ਉਹਨਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਮਿਸ਼ਨਰ ਸਾਹਿਬ ਨੂੰ, ਮੈਨੂੰ ਇਹਦੇ 'ਚ ਕੋਈ ਲੁਕ ਲਪੇਟ ਨਹੀਂ ਕਿ ਜੇ ਤੁਸੀਂ ਧਾਰਮਿਕ ਭਾਵਨਾ ਆ ਤੁਸੀਂ, ਮੈਂ ਤੁਹਾਨੂੰ ਦਸਤਾਰ ਦੀ ਫੋਟੋ ਦਿਖਾਈ ਆ ਕਿ ਕੇਵਲ ਦਸਤਾਰ ਲਾਈ ਜਾ ਰਹੀ ਹੈ। ਮੈਂ ਕਹਿੰਦਾ ਜੀ ਸੀਟ ਤਨਖਾਹ ਉਨੀ ਰਹਿਣੀ ਹੈ। ਇਨਸਾਫ ਦੀ ਵੀ ਇੱਕ ਤਵੱਕੋ ਇੱਕ ਆਸ ਹੁੰਦੀ ਹੈ ਲੋਕਾਂ ਨੂੰ ਕਮਿਸ਼ਨਰ ਪੁਲਿਸ ਤੇ ਕਿ ਜੇ ਹੋਰ ਕਿਤੇ ਇਨਸਾਫ ਨਾ ਮਿਲਿਆ ਵੀ ਚਲੋ ਕਮਿਸ਼ਨਰ ਸਾਹਿਬ ਦੇ ਦਫ਼ਤਰ ਚਲੀਏ। ਕੱਲ ਉਹਨਾਂ ਨੇ ਕਿਹਾ ਨਾ ਆ ਜਾਓ ਕਾਰਵਾਈ ਕਰਦੇ ਹਾਂ। ਡਿਊ ਟੂ ਕਰੋਨਾ ਅਸੀਂ ਉਸੇ ਟਾਈਮ ਧਰਨਾ ਖਤਮ ਕਰਤਾ। ਪਰ ਅੱਜ ਮੈਂ ਕਹਿਣਾ ਚਾਹੁੰਦਾ ਅਫਸੋਸ ਨਾਲ ਕਿ ਕਮਿਸ਼ਨਰ ਸਾਹਿਬ ਤੁਸੀਂ, ਤੁਹਾਡੀ ਪੁਲਿਸ ਧਿਰ ਬਣ ਗਈ ਹੈ। ਔਰ ਮੈਂ ਆ ਗੱਲ ਕਹਿਣ ਲੱਗਿਆ, ਨਿਰਸੰਕੋਚ ਕਹਿਣ ਲੱਗਾ ਕਿ ਜੇ ਤੁਸੀਂ ਮੰਗਲਵਾਰ ਤੱਕ ਜਿਹੜੀਆਂ ਧਾਰਾ ਨੇ ਉਹ ਨਾ ਲਾਈਆਂ ਤਾਂ ਅਸੀਂ ਮੰਗਲਵਾਰ ਨੂੰ 12 ਵਜੇ ਕਮਿਸ਼ਨਰ ਦਫ਼ਤਰ ਦਾ ਘਿਰਾਓ ਕਰਾਂਗੇ। ਇਹਦੇ 'ਚ ਲਿਖਿਆ ਹੋਇਆ ਥੱਲੇ ਕਿ ਇਹਦੀ ਤਫਤੀਸ਼ ਬਾਅਦ 'ਚ ਕੀਤੀ ਜਾਊਗੀ। ਵੀ ਬਾਅਦ 'ਚ ਕਦੋਂ? ਸਾਰੀ ਪੁਲਿਸ ਤਾਂ ਮੁੱਖ ਦਰਸ਼ਕ ਬਣ ਕੇ ਖੜੀ ਸੀ। ਔਰ ਉਹ ਹੋਰ ਵੀ ਵੱਡੀ ਦੁੱਖ ਦੀ ਗੱਲ ਹੈ, ਮੇਰੇ ਘਰ ਕੋਈ ਆਵੇ, ਤੁਸੀਂ ਆਏ ਹੋ, ਜੀ ਆਇਆਂ ਨੂੰ ਸਿਰ ਨੀਵਾਂ ਕਰਕੇ ਸਤਿਕਾਰ ਕਰਦਾ। ਹਰੇਕ ਬੰਦੇ ਦਾ ਸਤਿਕਾਰ ਆ ਜਿਹੜਾ ਮੇਰੇ ਦਫ਼ਤਰ 'ਚ ਮੇਰੇ ਘਰ ਆਉਂਦਾ। ਮੈਂਬਰ ਪਾਰਲੀਮੈਂਟ ਜਿੱਤਣ ਤੋਂ ਬਾਅਦ ਕਿਸੇ ਇੱਕ ਦਾ ਨਹੀਂ ਰਹਿ ਜਾਂਦਾ, ਉਹ ਸਾਰੇ ਸ਼ਹਿਰ ਵਾਸੀਆਂ ਦਾ ਮੈਂਬਰ ਪਾਰਲੀਮੈਂਟ ਹੁੰਦਾ। ਉਹਦੇ ਘਰੇ ਆ ਬਦਕਿਸਮਤੀ ਆ ਕਿ ਉਹਦੇ ਘਰੋਂ ਬਾਹਰ ਆਏ ਇੰਨੇ ਬੰਦੇ 200-300 ਔਰ 200-300 ਬੰਦਾ ਉਹਦੇ ਘਰੋਂ ਬਾਹਰ ਆਇਆ। ਇਹਦਾ ਮਤਲਬ ਹਰੇਕ ਅਨਪੜ੍ਹ ਬੰਦੇ ਨੂੰ ਪੁੱਛ ਲਓ, ਉਹ ਵੀ ਕਹੂਗਾ ਕਿ ਆ ਸਾਰਾ ਕੁਝ ਇੱਕ ਛੜਯੰਤਰ ਰਚ ਕੇ ਹਮ ਮਸ਼ਵਰਾ ਹੋ ਕੇ ਇਹ ਸਾਰਾ ਇਹਦੀ ਪੱਗ ਲਾਈ ਗਈ, ਜਾਤੀ ਸੂਚਕ ਕਿਹਾ ਗਿਆ। ਔਰ ਇਹਦੇ ਮਾਰਕੁੱਟ ਨਾਲ ਇਹਨਾਂ ਦੇ ਸਾਥੀਆਂ ਦੇ ਮਾਰਕੁੱਟ ਕੀਤੀ ਗਈ। ਹਾਂਜੀ 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 ਰਿਕਾਰਡਿੰਗ ਹੈਗੀ ਬਕਾਇਦਾ। ਇੰਟੈਲੀਜੈਂਸੀ ਵਾਲੇ ਦਾ ਨਾਮ ਹੈਗਾ ਮਲਕੀਤ ਸਿੰਘ ਦਾ ਫੋਨ ਆਇਆ ਵਿਦ ਰਿਕਾਰਡਿੰਗ ਆ। ਇੱਕ ਨੰਬਰ ਤੋਂ ਫੋਨ ਆਉਂਦਾ, ਹਾਂ ਰਿਕਾਰਡਿੰਗ ਸੁਣਾ ਦਿੰਦੇ ਆ। ਔਰ ਇੱਕ ਨੰਬਰ ਤੋਂ ਫੋਨ ਆਉਂਦਾ ਜਿਹੜਾ ਟਰੂ ਕਾਲਰ ਤੇ SHO ਜਰਨੈਲ ਸਿੰਘ ਦਾ ਨੰਬਰ ਆ ਰਿਹਾ। ਔਰ ਉਹਦੀ ਵੀ ਸਾਡੇ ਕੋਲ 3 ਵਾਰ ਫੋਨ ਆਇਆ, ਰਿਕਾਰਡਿੰਗ ਆ। ਉਹ ਤੁਹਾਨੂੰ ਰਿਕਾਰਡਿੰਗ ਹੁਣੇ ਸੁਣਾਉਂਦੇ ਆ
ਜਿਹੜਾ ਕਹਿੰਦਾ ਕਿ ਜਲਦੀ ਆ ਜਾਓ, ਅਸੀਂ ਹੋਰ ਵੀ ਕੰਮ ਕਰਨੇ ਆ। ਸੁਣਾ ਲਈਓ ਸਾਨੂੰ ਸਾਰੇ ਰਿਕਾਰਡਿੰਗ ਜਿਹੜੀ ਤੁਸੀਂ ਸੁਣਾਓ ਜੀ। ਹੈਂਡ ਫ੍ਰੀ ਤੇ ਲਾ। ਠੀਕ ਹੈ ਜੀ ਮਾਈਕ ਦੇ ਕਰ ਪਹੁੰਚਣਾ ਜੀ ਉੱਥੇ ਆ ਗਿਆ ਸਰ ਉਹ ਮਸ ਇਹ ਕੌਣ ਨੇ ਸੀਆਈਡੀ ਵਾਲੇ ਇਹ ਐਸਐਚਓ ਜਰਨੈਲ ਸਿੰਘ ਐਸਐਚਓ ਜਰਨੈਲ ਸਿੰਘ ਕਾਕਾ ਟਰੂ ਕਾਲਰ ਤੇ ਨੰਬਰ ਬੋਲ ਕੇ ਦੱਸ ਦਿਓ। ਟਰੂ ਕਾਲਰ ਤੇ ਆਪਣੇ ਤੇ ਲਾ ਕੇ ਦੇਖੋ, ਐਸਐਚਓ ਜਰਨੈਲ ਸਿੰਘ ਦਾ ਨੰਬਰ ਆ ਰਿਹਾ। ਔਰ ਦੂਸਰਾ ਇੰਟੈਲੀਜੈਂਸੀ ਵਾਲਾ, ਉਹਦਾ ਵੀ ਲਾਈਓ ਬੇਟਾ। ਹਲੋ ਕਹਿ ਜੀ ਕੀ ਹਾਲ ਹੈ? ਠੀਕ ਹੈ ਭਾਈ ਜੀ, ਦੱਸੋ। ਭਾਰਤ ਨਗਰ ਚੌਂਕ 'ਚ ਹੋ? ਹਾਂਜੀ ਭਾਰਤ ਨਗਰ ਚੌਂਕ 'ਚ। ਅੱਛਾ ਚਲੋ, ਮੈਂ ਇੱਥੇ ਬਿੱਟੂ ਦੀ ਕੋਠੀ ਪਹੁੰਚ ਗਿਆ ਸੀਗਾ। ਬਸ ਆ ਗਈ ਜੀ ਬਿੱਟੂ ਦੀ ਕੋਠੀ ਤੇ ਪਹੁੰਚਣ ਲੱਗੇ 5 ਮਿੰਟ ਤੱਕ। ਓਕੇ 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 ਠੀਕ ਹੈ ਓਕੇ। ਜਦੋਂ ਐਸੀ ਸਥਿਤੀ ਹੁੰਦੀ ਹੈ, ਜਦੋਂ ਕਿਤੇ ਵੀ ਐਸੀ ਸਥਿਤੀ ਹੁੰਦੀ ਹੈ ਤਾਂ ਚੁਣੇ ਹੋਏ ਨੁਮਾਇੰਦੇ ਦੇ ਦਫ਼ਤਰ ਦਾ ਇੱਕ ਸਕੱਤਰ ਜਾਂ ਪੁਲਿਸ ਦਾ ਇੱਕ ਅਫਸਰ ਉਹ ਆਉਂਦਾ, ਵਿਰੋਧੀ ਧਿਰ ਵਾਲਿਆਂ ਨੂੰ ਆ ਕੇ ਕਹਿੰਦਾ ਵੀ ਉੱਥੇ ਨਾ ਜਾਓ, ਉੱਥੇ ਝਗੜਾ ਹੋ ਸਕਦਾ ਹੈ। ਆਹ ਗੱਲ ਮੈਂ ਵੀ ਮੰਨਦਾ, ਇਹ ਸਾਡੀ ਪ੍ਰਥਾ ਹੈਗੀ ਹੈ। ਉਹ ਆ ਕੇ ਦੱਸਦਾ ਵੀ ਉੱਥੇ ਝਗੜਾ ਹੋ ਸਕਦਾ ਹੈ, ਤੁਸੀਂ ਆਪਣਾ ਮੈਮੋਰੰਡਮ ਦੇ ਦਿਓ। ਅਸੀਂ ਕਈ ਵਾਰੀ ਪ੍ਰਧਾਨ ਮੰਤਰੀ ਸਾਹਿਬ ਨੂੰ ਮੈਮੋਰੰਡਮ ਦੇਣਾ ਹੁੰਦਾ, ਅਸੀਂ ਪ੍ਰਧਾਨ ਮੰਤਰੀ ਦੀ ਕੋਠੀ ਨਹੀਂ ਜਾਂਦੇ, ਅਸੀਂ ਉਹ ਮੈਮੋਰੰਡਮ ਡੀਸੀ ਸਾਹਿਬ ਨੂੰ ਦਿੰਦੇ ਆ। ਡੀਸੀ ਸਾਹਿਬ ਉਹਨੂੰ ਅੱਗੇ ਫਾਰਵਰਡ ਕਰ ਦਿੰਦੇ ਆ। ਉੱਥੋਂ ਕਿਸੇ ਬੰਦੇ ਨੇ ਇਹ ਨਹੀਂ ਕਿਹਾ ਕਿ ਉੱਥੇ ਲੜਾਈ ਦਾ ਖਦਸ਼ਾ ਹੈਗਾ, ਤੁਸੀਂ ਨਾ ਜਾਇਓ। ਕਿਸੇ ਬੰਦੇ ਨੇ ਰੋਕਣ ਦਾ ਯਤਨ ਨਹੀਂ ਕੀਤਾ, ਉਲਟਾ ਇਹ ਕਹਿ ਰਿਹਾ ਵੀ ਜਲਦੀ ਆ ਜਾਓ। ਹੁਣ ਆ ਜਿਹੜੇ ਬੰਦੇ ਅੰਦਰੋਂ 200-300 ਬਾਹਰ ਆ ਰਹੇ ਹੈ, ਤੁਸੀਂ ਕੀ ਸਮਝਦੇ ਆ ਕਿ ਉਹ 10 ਮਿੰਟ 'ਚ ਆ ਗਏ ਸਾਰੇ? ਉਹ ਪਲੈਨਿੰਗ ਸੀਗੀ। ਔਰ ਬਾਹਰ ਅੰਦਰੋਂ ਡਾਰ ਦੀ ਡਾਰ ਆਈ, ਆਉਂਦੇ ਸਾਰ ਪੱਗ ਲਾਉਣੀ ਸ਼ੁਰੂ ਕਰਤੀ। ਫਿਰ ਮੈਂ ਕਹਿਣਾ ਚਾਹੁੰਦਾ, ਜੇ ਅਸੀਂ ਸਟਿੰਗ ਆਪਰੇਸ਼ਨ ਕਿਸੇ ਦਾ ਗਲਤ ਕੀਤਾ ਹੋਵੇ ਤਾਂ ਅਸੀਂ ਗੁਨਾਹਗਾਰ ਹਾਂ। ਜਾਂ ਫਿਰ ਸੀਪੀ ਸਾਹਿਬ ਸਿੱਧਾ ਕਹਿਣ, ਇੱਕ ਤਾਂ ਮੈਂ ਵੀ ਤਾਂ ਪ੍ਰੈਸ ਕਾਨਫਰੰਸ ਕਰ ਰਿਹਾ, ਉਹ ਵੀ ਕਰ ਦੇਣ ਕਿ ਬੈਂਸ ਸਾਹਿਬ ਰਿਸ਼ਵਤਖੋਰਾਂ ਦਾ ਸਟਿੰਗ ਆਪਰੇਸ਼ਨ ਨਾ ਕਰੋ। ਲਓ ਸੀਪੀ ਸਾਹਿਬ ਕਹਿ ਦੇਣ ਵੀ ਨਾ ਕਰੋ, ਮੈਂ ਛੱਡ ਦਿਆਂਗਾ। ਸੀਪੀ ਸਾਹਿਬ ਕਹਿਣ ਇਹ ਅਸਲ 'ਚ ਪੁਲਿਸ ਜਦੋਂ ਕਿਸੇ ਸਟੇਟ ਦੀ, ਕਿਸੇ ਦੇਸ਼ ਦੀ ਪੁਲਿਸ ਮੂਕ ਦਰਸ਼ਕ ਬਣ ਜਾਏ ਫਿਰ ਖਾਨਾ ਜੰਗੀ ਹੁੰਦੀ ਹੈ, ਫਿਰ ਲੜਾਈ ਝਗੜੇ ਵੱਧਦੇ ਹੈ। ਤੁਹਾਡੀ ਗੱਲ ਬਿਲਕੁਲ ਠੀਕ ਹੈ, ਤੁਸੀਂ ਕਿਹਾ ਵੀ ਇਹ ਤਾਂ ਫਿਰ ਹਰ ਜਗ੍ਹਾ ਹੀ ਝਗੜਾ ਹੋਊਗਾ। ਜੇ ਤੁਸੀਂ ਵੀ ਦੇਖਿਆ, ਤੁਸੀਂ ਉੱਥੇ ਸੀ, ਪੁਲਿਸ ਨੇ ਤਾਂ ਛਡਾਇਆ ਵੀ ਨਹੀਂ। ਪੁਲਿਸ ਨੇ ਬਚਾਉਣਾ ਤਾਂ ਕੀ ਸੀਗਾ, ਪੁਲਿਸ ਨੇ ਤਾਂ ਇਹ ਵੀ ਨਹੀਂ ਕਹਿਣ ਦਾ ਯਤਨ ਕੀਤਾ ਕਿ ਤੁਸੀਂ ਬਈ ਨਾ ਮਾਰੋ ਇਹਨਾਂ ਨੂੰ। ਪੁਲਿਸ ਦੀ ਹਾਜ਼ਰੀ 'ਚ ਪੱਗ ਲੱਥੀ, ਪੁਲਿਸ ਦੀ ਹਾਜ਼ਰੀ 'ਚ ਗਾਲਾਂ ਕੱਢੀਆਂ, ਕਿਸੇ ਨੇ ਰੋਕਿਆ ਨਹੀਂ। ਇਸ ਕਰਕੇ ਅਸੀਂ ਮੰਗਲਵਾਰ, ਕੱਲ ਦਾ ਦਿਨ ਛੱਡ ਕੇ ਪਰਸੋਂ ਨੂੰ ਕਮਿਸ਼ਨਰ ਸਾਹਿਬ ਦੇ ਦਫ਼ਤਰ ਦਾ ਅਸੀਂ ਘਿਰਾਓ ਕਰਨ ਲਈ 12 ਵਜੇ ਅਸੀਂ ਜਾਵਾਂਗੇ। ਔਰ ਜਿੰਨੀ ਦੇਰ ਇਨਸਾਫ ਨਹੀਂ ਮਿਲਦਾ, ਲੋਕ ਇਨਸਾਫ ਪਾਰਟੀ ਦੀ ਇਹ ਲੜਾਈ ਜਾਰੀ ਰਹੂਗੀ। ਔਰ ਜਿਹੜਾ ਬਿੱਟੂ ਹੈ, ਜਿਹਦੇ ਘਰੇ ਇੰਨੇ ਬੰਦੇ ਇਕੱਠੇ ਹੋ ਕੇ ਕੁੱਟਣ ਆਏ, ਉਹ ਵੀ ਇਸ ਝਗੜੇ ਦਾ ਮੁੱਖ ਦੋਸ਼ੀ ਹੈ। ਉਹਦਾ ਨਾਮ ਵੀ ਇਸ ਮੁਕੱਦਮੇ 'ਚ ਪਾਇਆ ਜਾਏ। ਵੀਰ ਜੀ, ਹਾਈ ਕੋਰਟ ਤੇ ਤਾਂ ਹਰੇਕ ਬੰਦੇ ਨੂੰ ਇੱਕ ਆਸ ਆ, ਪਰ ਅਸੀਂ ਇਹ ਗੱਲ ਚਾਹੁੰਦੇ ਆ ਕਿ ਕਿਉਂਕਿ ਕਰੋਨਾ, ਅਸੀਂ ਕੱਲ ਵੀ ਮੈਂ ਮਿਸਟਰ ਵਰਮਾ ਜੀ ਨੂੰ ਕਿਹਾ ਸੀਗਾ ਕਿ ਅਸੀਂ ਕਰੋਨੇ 'ਚ ਕੋਈ ਇਦਾਂ ਦਾ ਕੰਮ ਨਹੀਂ ਕਰਨਾ ਚਾਹੁੰਦੇ ਜਿਹਦੇ ਨਾਲ, ਕਿਉਂਕਿ ਲੁਧਿਆਣਾ ਪਹਿਲਾਂ ਟੌਪ ਤੇ ਹੈ। ਉਹ ਮੈਨੂੰ ਕਹਿੰਦੇ ਬੈਂਸ ਸਾਹਿਬ ਆਓ ਅਸੀਂ ਕਾਰਵਾਈ ਕਰਾਂਗੇ। ਤੇ ਹੁਣ ਮੈਂ ਸਵੇਰ ਦਾ ਪੁੱਛਦਾ ਕਿ ਵਰਮਾ ਜੀ ਕਾਰਵਾਈ ਕੀ ਕੀਤੀ? ਉਹ ਮੈਨੂੰ ਇੱਕੋ ਹੀ ਗੱਲ ਕਹਿੰਦੇ, ਬੈਂਸ ਸਾਹਿਬ ਕਰ ਰਹੇ ਆ। ਬਈ ਕਦੋਂ ਕਰ ਰਹੇ ਆ? ਇਹ ਸਾਰੀਆਂ ਗੱਲਾਂ ਜਿਹੜੀਆਂ ਨੇ, ਇਹ ਇਨਸਾਫ ਪਸੰਦ ਜਿਹੜੇ ਬੰਦੇ ਹੁੰਦੇ ਆ ਉਹ ਕਦੇ ਸਹਿਣ ਨਹੀਂ ਕਰਦੇ। ਆ ਕਦੇ ਵੀ ਟੋਲਰੇਟ ਨਹੀਂ ਕੀਤਾ ਜਾਊਗਾ। ਅਸੀਂ ਧਰਨਾ ਕਰਾਂਗੇ। ਧਰਨਾ ਤੋਂ ਬਾਅਦ ਜੇ ਸੀਪੀ ਸਾਹਿਬ ਨਹੀਂ ਮੰਨਦੇ, ਉਹਨਾਂ ਨੂੰ ਕੋਈ ਜ਼ਿਆਦਾ ਰੰਜਿਸ਼ ਆ ਬੈਂਸ ਨਾਲ, ਤਾਂ ਵੀ ਕੋਈ ਗੱਲ ਨਹੀਂ, ਕੋਰਟ ਹੈਗੀ ਹੈ। ਜੇ ਉਹਨਾਂ ਨੂੰ ਕੋਈ ਸਾਡੇ ਨਾਲ ਜਾਤੀ ਰੰਜਿਸ਼ ਆ ਤਾਂ ਵੀ ਕੋਈ ਗੱਲ ਨਹੀਂ, ਤਾਂ ਅਸੀਂ ਹਾਈ ਕੋਰਟ ਹੈਗੀ ਹੈ, ਫਿਰ ਅਸੀਂ ਹਾਈ ਕੋਰਟ ਜਾਵਾਂਗੇ। ਪਰ ਪਹਿਲਾਂ ਲੋਕਲ ਪੁਲਿਸ ਦੇ ਮੁਖੀ ਕਮਿਸ਼ਨਰ ਸਾਹਿਬ ਆ, ਉਹਨਾਂ ਦੇ ਨੋਟਿਸ 'ਚ ਲਿਆਤਾ, ਅੱਜ ਤੁਹਾਡੇ ਰਾਹੀਂ ਉਹਨਾਂ ਦੇ ਨੋਟਿਸ 'ਚ ਲਿਆਂਦਾ ਕਿ ਤੁਹਾਨੂੰ ਅੱਜ ਦਾ ਦਿਨ ਤੇ ਕੱਲ੍ਹ ਦਾ ਦਿਨ, ਕਿਉਂਕਿ ਉਹਨਾਂ ਨੇ ਅਖੀਰਲੀਆਂ ਲਾਈਨਾਂ ਵਿੱਚ ਆ ਲਿਖਿਆ ਹੋਇਆ ਹੈ ਕਿ ਇਹਦੀ ਪੜਤਾਲ ਅਸੀਂ ਕਰਾਂਗੇ। ਹਾਂ, ਤੇ ਜੇ ਪੜਤਾਲ ਜਿਹੜੀ ਆ ਉਹ 300 ਬੰਦੇ ਦੀ ਤਾਂ ਪੜਤਾਲ ਲਈ ਲਿਖਿਆ ਨਹੀਂ ਵੀ ਅਸੀਂ 300 ਬੰਦਿਆਂ ਦੀ ਵੀ ਪੜਤਾਲ ਕਰਾਂਗੇ। ਇਹ ਤਾਂ ਲਿਖਿਆ ਨਹੀਂ ਕਿ ਬਿੱਟੂ ਦੇ ਘਰੇ 300, ਜੇ ਮੈਂ ਕਹਾਂਗਾ ਉਹਦੇ 'ਚ ਵੱਡੇ ਵੱਡੇ ਗੈਂਗਸਟਰ ਇਕੱਠੇ ਕਰ ਲਏ, ਇਹ ਤਾਂ ਕਿਤੇ ਨਹੀਂ ਲਿਖਿਆ।
ਕਿਸੇ ਨੇ ਪ੍ਰੈਸ ਦੀ ਪਰਵਾਹ ਨਹੀਂ ਕੀਤੀ ਕਿ ਪ੍ਰੈਸ ਖੜੀ ਹੈ। ਗੁੰਡਾ ਨਾਚ ਹੋਇਆ ਗੁੰਡਾਗਰਦੀ ਦਾ, ਔਰ ਲੋਕਤੰਤਰ ਸੀ ਜਿਹੜਾ ਖੰਭ ਲਾ ਕੇ, ਮੈਂ ਸਮਝਦਾ ਲੋਕਤੰਤਰ ਦੀ ਸਮਾਪਤੀ ਹੋ ਗਈ ਹੈ। ਮੈਂ ਤੁਹਾਨੂੰ ਇੱਕ ਬੇਨਤੀ ਕਰਾਂ, ਮੈਂ ਪਹਿਲਾਂ ਆਖਿਆ ਕਿ ਜਿਹੜੀ ਪ੍ਰੈਸ ਹੁੰਦੀ ਹੈ ਉਹ ਲੋਕਤੰਤਰ ਦਾ ਚੌਥਾ ਪਾਵਾ ਹੁੰਦੀ ਹੈ, ਤੇ ਪ੍ਰੈਸ ਜਿਹੜੀ ਆ ਉਹੀ ਗਊ ਤੇ ਗਰੀਬ ਦੀ ਰਾਖੀ ਕਰਦੀ ਹੈ, ਉਹੀ ਗਰੀਬ ਨੂੰ ਇਨਸਾਫ ਲੈ ਕੇ ਦਿੰਦੀ ਹੈ। ਜੇ ਸਾਡੇ ਤੇ ਹਮਲਾ ਹੋਇਆ, ਸਾਨੂੰ ਤੁਹਾਡੇ ਤੇ ਮਾਣ ਆ। ਇਹ ਪ੍ਰੈਸ ਜਿਹੜੀ ਆ ਉਹ ਕਦਾਚਿਤ, ਮੈਂ ਤੁਹਾਡਾ ਧੰਨਵਾਦ ਕਰਦਾ, ਕੱਲ ਤੁਸੀਂ ਕਵਰੇਜ ਕੀਤੀ, ਔਰ ਮੈਂ ਕਹਿੰਦਾ ਕਿ ਜਿਹੜੀ ਤੁਸੀਂ ਕਵਰੇਜ ਕੀਤੀ ਉਹਨੂੰ ਵੀ ਪੁਲਿਸ ਨੇ ਅੱਖੋਂ ਪਰੋਖੇ ਕਰਤਾ। ਜਦੋਂ ਮੈਨੂੰ ਸਨੀ ਕੈਂਥ ਹੋਣਾ ਦਾ ਫੋਨ ਆਇਆ, ਜਿੰਨਾ ਟਾਈਮ ਮੇਰੇ ਘਰੋਂ, ਮੈਂ ਕਿਸੇ ਫੰਕਸ਼ਨ ਤੋਂ ਆਇਆ ਸੀ, ਜਿੰਨਾ ਟਾਈਮ ਮੇਰੇ ਘਰੋਂ ਕਚਹਿਰੀ ਜਾਣ ਨੂੰ ਲੱਗਦਾ, ਮੈਂ ਉਨੇ ਸਮੇਂ 'ਚ ਕਚਹਿਰੀ ਪਹੁੰਚ ਗਿਆ। ਮੇਰੇ ਵੀਰ ਸਮਰਥਕ ਫੋਨ ਲਾਏ ਸੀਗੇ, ਪਰ ਜੇ ਪੁਲਿਸ ਨੇ, ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਅਸੀਂ ਕਰੋਨਾ ਦੇ ਪੱਖੋਂ ਬਹੁਤ ਅਵੇਅਰ ਹੈ ਕਿ ਲੁਧਿਆਣੇ ਦਾ ਨਾਂ ਟੌਪ ਤੇ ਹੈ, ਇਸ ਕਰਕੇ ਸਮਰਥਕਾਂ ਨੂੰ ਫੋਨ ਕੀਤੇ, ਪਰ ਜਦੋਂ ਪੁਲਿਸ ਪਹਿਲਾਂ ਮੰਨ ਗਈ ਫਿਰ ਤਾਂ ਨਹੀਂ ਸੀ ਕਰਨਾ ਚਾਹੀਦਾ। ਜੇ ਕਮਿਸ਼ਨਰ ਸਾਹਿਬ ਅੱਜ ਕਹਿ ਦੇਣ ਕਿ ਅਸੀਂ ਧਾਰਾ ਲਾ ਦਾਂਗੇ, ਤਾਂ ਫਿਰ ਧਰਨਾ ਅਸੀਂ ਲਾਈਏ, ਤੁਸੀਂ ਪੁੱਛਣ ਲੱਗ ਜਾਣਾ ਕਿ ਬੈਂਸ ਸਾਹਿਬ ਹੁਣ ਤੁਸੀਂ ਧਰਨਾ ਕਿਉਂ ਲਾਇਆ। ਇਸ ਕਰਕੇ ਇਹ ਸਾਡੀ ਮੰਗ ਆ। ਅਸੀਂ ਪਹਿਲਾਂ ਉੱਥੇ ਵੀ ਦੱਸਿਆ ਸੀ ਕਿ ਇਹ ਪੈਸੇ ਇਕੱਠੇ ਕਰਕੇ ਬਿੱਟੂ ਨੂੰ ਦੇਣ ਜਾਣਾ, ਉਹ ਇੱਕ ਇਸ਼ਾਰਾ ਹੁੰਦਾ ਹੈ। ਜੇ ਉਹ ਸਿਆਣਾ ਹੁੰਦਾ ਉਹ ਕਹਿੰਦਾ ਵੀ 10 ਬੰਦੇ, ਅਸਲ 'ਚ ਚੁਣਿਆ ਹੋਇਆ ਨੁਮਾਇੰਦਾ ਇੱਕ ਰੰਗਲੀ ਫੁਲਵਾੜੀ ਹੁੰਦੀ ਹੈ, ਉਹਦੇ ਕੋਲ ਵਿਰੋਧੀਆਂ ਨੇ ਵੀ ਆਉਣਾ, ਉਹਦੇ ਕੋਲ ਉਹਦੀ ਪਾਰਟੀ ਵਾਲਿਆਂ ਨੇ ਵੀ ਆਉਣਾ, ਉਹਦੇ ਕੋਲ ਸਾਰਿਆਂ ਨੇ ਆਉਣਾ। ਮੇਰੀ ਬੇਨਤੀ ਸੁਣਿਓ, ਤੁਸੀਂ ਬਹੁਤ ਆਲਾ ਸਵਾਲ ਕੀਤਾ। ਕੁੱਲ ਦੇਸ਼ ਵਿੱਚ MLA ਕੋਲ ਅਖਤਿਆਰੀ ਕੋਟਾ ਹੈਗਾ, ਪਰ ਇਸ ਕਾਂਗਰਸ ਦੇ ਰਾਜ ਵਿੱਚ MLA ਕੋਲ ਇੱਕ ਨਵੇਂ ਪੈਸੇ ਦਾ ਵੀ, ਛੋਟੇ ਵੀਰ, ਅਖਤਿਆਰੀ ਕੋਟਾ ਨਹੀਂ, ਤਾਂ ਹੀ ਉੱਥੇ ਜਾਣਾ ਪਿਆ। ਆਪਣੇ ਵੱਲੋਂ ਵੀ ਲੈ ਕੇ ਦੇ ਸਕਦੇ, MLA ਲੋਕਾਂ ਨੂੰ ਚੁਣੇ ਹੋਏ। ਛੋਟੇ ਵੀਰ ਮੇਰੀ ਬੇਨਤੀ ਸੁਣੋ, ਵੈਂਟੀਲੇਟਰ ਕੋਈ 2, 4, 5 ਹਜ਼ਾਰ ਦਾ ਨਹੀਂ, ਉਹਨੂੰ ਅਸੀਂ ਆਪ ਲਾਉਣ ਲਈ ਨਹੀਂ ਕਹਿਣ ਗਏ, ਉਹਨੂੰ ਕਹਿਣ ਗਏ ਸੀ ਕਿ ਮੈਂਬਰ ਪਾਰਲੀਮੈਂਟ ਕੋਲ ਜਿਹੜਾ ਅਖਤਿਆਰੀ ਕੋਟਾ ਹੁੰਦਾ ਹੈ ਉਹ ਲੋਕਾਂ ਦੀ ਤੇ ਸ਼ਹਿਰ ਵਾਸੀਆਂ ਦੀ ਅਮਾਨਤ ਹੁੰਦਾ ਹੈ, ਇਸ ਕਰਕੇ ਉਹਦੇ ਕੋਲ ਗਏ ਸੀ। ਨਹੀਂ, ਅਸੀਂ ਛੇਤੀ ਕੀਤੇ ਵਿਰੋਧੀ ਧਿਰ ਦੇ ਘਰ ਜਾਣ ਲਈ ਅਸੀਂ ਕਦੀ ਜਾਂਦੇ ਨਹੀਂ, ਇਸ ਕਰਕੇ ਤੁਹਾਨੂੰ ਬੇਨਤੀ ਕੀਤੀ ਆ। ਆਪਰੇਟਿਵ ਨੇ ਨਹੀਂ ਹੈਗੇ, ਆਪਾਂ ਹੁਣੇ ਚੱਲਦੇ ਆ ਜੇ ਆਪਰੇਟਿਵ ਹੋਏ, ਚਲੋ, ਕਿਉਂਕਿ ਉਹਦੇ ਲਈ ਜਿਹੜਾ ਵੈਂਟੀਲੇਟਰ ਆ ਨਾ, ਉਹ ਕੋਈ ਸਿੰਪਲ ਨਹੀਂ ਚਲਾ ਸਕਦਾ, ਉਹਦੇ ਲਈ ਜਿਹੜਾ ਸਟਾਫ ਆ ਉਹੀ ਚਲਾਊਗਾ। ਦੱਸਿਆ ਜਾ ਰਿਹਾ ਕਿ ਸਿਵਲ ਹਸਪੀਟਲ 'ਚ ਵੈਂਟੀਲੇਟਰ ਹੈਗੇ ਆ, ਬਟ ਉੱਥੇ ਉਹਨੂੰ ਚਲਾਉਣ ਲਈ ਸਟਾਫ ਨਹੀਂ ਹੈਗਾ। ਸਾਰਾ ਕੁਝ ਚਾਹੀਦਾ ਹੁੰਦਾ, ਵੈਂਟੀਲੇਟਰ ਵੀ ਇੱਕ ਆ। ਵੈਂਟੀਲੇਟਰ ਹੈਗੇ ਨੇ, ਸਟਾਫ ਦੀ ਮੰਗ ਕਿਉਂ ਨਹੀਂ ਕੀਤੀ? ਮੈਂ ਤੁਹਾਨੂੰ ਫਿਰ ਇੱਕ ਬੇਨਤੀ ਕਰਾਂ, ਤੁਸੀਂ ਕਿਸੇ ਹੋਰ ਸ਼ਹਿਰ ਦੇ ਨਹੀਂ, ਤੁਸੀਂ ਵੀ ਲੁਧਿਆਣੇ ਦੇ ਰਹਿਣ ਵਾਲੇ ਹੋ। ਸਟਾਫ ਜਿਹੜਾ ਹੈਗਾ ਮੁਹੱਈਆ ਕਰਾਇਆ। ਫਿਰ ਇਹ ਗੱਲ ਜਿਹੜੀ ਤੁਸੀਂ ਪੁੱਛ ਰਹੇ ਹੋ, ਇਹ ਮੈਂਬਰ ਪਾਰਲੀਮੈਂਟ ਨੂੰ ਵੀ ਪਤਾ ਆ। ਇਹ ਮੇਰਾ ਦੇਸ਼ ਕੈਸਾ ਆ, ਪਿਸਤੌਲ ਦਾ ਲਾਇਸੈਂਸ ਮੰਗੋਗੇ ਤੇ ਨਹੀਂ ਮਿਲਦਾ, ਤੋਪ ਦਾ ਮੰਗਣਾ ਪੈਂਦਾ ਤਾਂ ਪਿਸਤੌਲ ਦਾ ਲਾਇਸੈਂਸ ਮਿਲਦਾ। ਇਸ ਰਾਜ ਵਿੱਚ ਜੰਗਲ ਰਾਜ ਹੈ, ਤੇ ਜੇ ਉੱਥੇ ਲੱਗੇ ਹੋਏ ਸੀ ਤਾਂ ਫਿਰ ਉਹ ਤੁਹਾਡੇ ਵਾਂਗੂ ਆਰਾਮ ਨਾਲ ਕਹਿ ਸਕਦਾ ਸੀ ਉੱਥੇ ਬੇਟਾ 4 ਲੱਗੇ ਹੋਏ ਆ, ਤੁਹਾਨੂੰ ਪਤਾ ਨਹੀਂ। ਤੇ ਸਾਡੇ ਬੰਦੇ ਸਿਰ ਨੀਵਾਂ ਕਰਕੇ ਆ ਜਾਂਦੇ, ਆਓ ਮੈਂ ਦਿਖਾਵਾਂ, ਚੱਲਦੇ ਆ। ਮੈਂ ਅੱਜ ਵੀ ਕਹਿੰਦਾ ਨਹੀਂ ਚੱਲਦੇ। ਲੋਕ ਇਨਸਾਫ ਪਾਰਟੀ, ਤੁਹਾਨੂੰ ਦੱਸਿਆ ਤਾਂ ਹੈਗਾ, ਕਮਿਸ਼ਨਰੇਟ ਦਫ਼ਤਰ ਦਾ ਅਸੀਂ ਧਰਨਾ ਲਾਵਾਂਗੇ ਮੰਗਲਵਾਰ। ਸਾਰੇ ਪੰਜਾਬ 'ਚ ਪੁਤਲੇ ਸਾੜਾਂਗੇ, ਇਹ ਜੰਗਲ ਰਾਜ ਨਹੀਂ ਚੱਲਣ ਦੇਵਾਂਗੇ। SHO ਨੂੰ ਸਸਪੈਂਡ ਕਰਨਗੇ, ਇਹਨੂੰ SHO ਨੂੰ ਮੁਅੱਤਲ ਕੀਤਾ ਜਾਏ। ਜੇ SHO ਨੂੰ ਆਹੀ ਨਹੀਂ ਪਤਾ ਵੀ ਇੱਥੇ ਅੰਦਰ ਇੰਨੇ ਬੰਦੇ ਗਏ ਹੋਏ ਆ ਤੇ ਝਗੜਾ ਹੋ ਸਕਦਾ, ਫਿਰ ਉਹਨੂੰ ਚਾਹੀਦਾ ਸੀ ਕਿ ਉਹ ਇਹਨਾਂ ਨੂੰ ਰੋਕਦਾ, ਪ੍ਰੀਵੈਂਟਿਵ ਐਕਸ਼ਨ ਕਰਨਾ ਚਾਹੀਦਾ ਸੀ, ਉਹਨੇ ਉਲਟਾ ਲੜਾਈ ਕਰਾਤੀ। ਬੈਂਸ ਦੇ ਇਲਜ਼ਾਮ ਨੇ ਕਿ ਪੁਲਿਸ ਵੱਲੋਂ ਇਹ ਪੂਰੀ ਸਾਜ਼ਿਸ਼ ਕਾਂਗਰਸੀਆਂ ਨਾਲ ਮਿਲ ਕੇ ਰੱਖੀ ਗਈ ਤਾਂ ਜੋ ਸਨੀ ਤੇ ਹਮਲਾ ਕੀਤਾ ਜਾ ਸਕੇ। ਹੁਣ ਦੇਖਣਾ ਹੋਵੇਗਾ ਕਿ ਪੰਜਾਬ ਪੁਲਿਸ ਆਪਣੇ ਤੇ ਲੱਗ ਰਹੇ ਇਲਜ਼ਾਮਾਂ ਨੂੰ ਖਤਮ ਕਰਨ ਲਈ ਕਿੰਨੀ ਜਲਦੀ ਇਸ ਮਾਮਲੇ 'ਚ ਕੋਈ ਐਕਸ਼ਨ ਲਵੇਗੀ ਤਾਂ ਜੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਬਣਦੀ ਸਜ਼ਾ ਦਿੱਤੀ ਜਾ ਸਕੇ। ਹਕੀਕਤ TV ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ।